ਤੁਸੀਂ ਦੇਖ ਰਹੇ ਹੋ ਬੀਬੀਪੀ ਨਿਊਜ਼ ਤਾਕਤ ਸੱਚਾਈ ਦੀ। ਉਹਨੂੰ ਬਣਾਇਆ ਆਪਦੀ ਜਾਨ ਨੂੰ जोखम च पा के ते पैसे ਨੂੰ जोखम च पा के बनन तो बाद सियासी सह ਦੇ ਉੱਤੇ ਉੱਥੇ माल नहीं लगन ਦਿੱਤਾ जा रहा साडे नाल। यहाँ जो है रहायशी इलाका में सरकार का भी अलर्ट है जो ओपन प्लांट नहीं बनना चाहिए। साहब दे हुक्म है, पंजाब सरकार दे हुक्म है तो वो हुक्मां दी यानी कि उलंघना करते हुए यानी कि मंत्री ने आपदे जिहड़े छोटे छोटे पिल्ले हैं उन्होंने शह दे के ਸੰਗਰੂਰ ਦੇ ਉੱਭਾਵਾਲ ਰੋਡ ਵਿਖੇ ਲੱਗਣ ਜਾ ਰਿਹਾ ਓਪਨ ਪਲੰਥ, ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮੁੱਦਾ ਗਰਮਾਇਆ ਹੋਇਆ ਹੈ। ਉੱਥੋਂ ਦੇ ਰਹਿਣ ਵਾਲੀਆਂ 3-4 ਬਸਤੀਆਂ ਦੇ ਲੋਕਾਂ ਦਾ ਕਹਿਣਾ ਕਿ ਜੇਕਰ ਓਪਨ ਪਲੰਥ ਇੱਥੇ ਲਾਇਆ ਜਾਂਦਾ ਹੈ ਤਾਂ ਸਾਡਾ ਜੋ ਜਿਉਣਾ ਮੁਸ਼ਕਿਲ ਹੋ ਜਾਵੇਗਾ। ਉੱਥੇ ਹੀ ਪਲੰਥ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਸਾਨੂੰ ਸਰਕਾਰ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਇਸ ਪਲੰਥ ਲਾਉਣ ਨੂੰ ਮਨਜ਼ੂਰੀ ਆ। ਉਹਨਾਂ ਨੇ ਇੱਕ ਹੋਰ ਗੱਲ ਆਖੀ, ਜਿਸ ਜ਼ਮੀਨ ਦੇ ਉੱਤੇ ਉਹ ਓਪਨ ਪਲੰਥ ਲਾ ਰਹੇ ਨੇ ਉੱਥੇ ਹੀ ਰੈੱਡ ਜ਼ੋਨ ਦੇ ਵਿੱਚ ਇਹ ਜ਼ਮੀਨ ਆਉਂਦੀ ਹੈ, ਇਸ ਕਰਕੇ ਇੱਥੇ ਕੋਈ ਵੀ ਇੰਡਸਟਰੀ ਜਾਂ ਫਿਰ ਅਨਮੋਨੀਅਮ ਗੈਸ ਵੀ ਲਾ ਸਕਦੇ ਨੇ। ਉਹਨਾਂ ਨੇ ਆਖਿਆ ਕਿ ਇਹ ਰੈੱਡ ਜ਼ੋਨ ਦੇ ਆਉਣ ਦੇ ਵਿੱਚ ਇਹ ਇੰਡਸਟਰੀ ਏਰੀਆ, ਇਸ ਕਰਕੇ ਸਰਕਾਰ ਦੇ ਵੱਲੋਂ ਸਾਨੂੰ ਜੋ ਕਿ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਪਰ ਕੈਬਨਿਟ ਮਿਨਿਸਟਰ ਦੇ ਵੱਲੋਂ ਉਹਨਾਂ ਦੇ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਜੋ ਸਾਡਾ ਕੰਮ ਆ ਉਹ ਰੁਕਵਾਇਆ ਜਾ ਰਿਹਾ। ਉਹਨਾਂ ਨੇ ਦੋਸ਼ ਲਾਉਂਦੇ ਹੋਏ ਸਿੱਧਾ ਆਖਿਆ, ਉਹਨਾਂ ਨੇ ਆਖਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਅਸੀਂ ਓਪਨ ਪਲੰਥ ਬਣਾਏ ਨੇ, ਪਰ ਫਿਰ ਵੀ ਕੁਝ ਸਿਆਸੀ ਲੋਕਾਂ ਵੱਲੋਂ ਆਪਣੀਆਂ ਰੋਟੀਆਂ ਸੇਕੇ ਜਾਂਦੀਆਂ ਨੇ ਅਤੇ ਲੋਕਾਂ ਦੀ ਮਦਦ ਦੇ ਨਾਲ ਸਾਡਾ ਜੋ ਓਪਨ ਪਲੰਥ ਦਾ ਕੰਮ ਆ ਉਸ ਨੂੰ ਰੋਕਣਾ ਚਾਹੁੰਦੇ ਨੇ। ਅਤੇ ਦੂਜੇ ਪਾਸੇ ਜਦੋਂ ਵਿਰੋਧ ਕਰਨ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਸਾਡੇ ਇੱਥੇ 3-4 ਬਸਤੀਆਂ ਨੇ, ਜੇਕਰ ਓਪਨ ਪਲੰਥ ਇੱਥੇ ਕਣਕ ਲੱਗਦੀ ਹੈ, ਜੀਰੀ ਲੱਗਦੀ ਹੈ ਤਾਂ ਸਾਡਾ ਰਹਿਣਾ ਮੁਸ਼ਕਿਲ ਹੋ ਜਾਊਗਾ, ਕਿਉਂ ਕਰਕੇ ਇਸ ਦੇ ਵਿੱਚ ਜੋ ਦਵਾਈ ਪੈਂਦੀ ਹੈ ਬਹੁਤ ਜ਼ਹਿਰੀਲੀ ਪੈਂਦੀ ਹੈ। ਅਤੇ ਉਹਨਾਂ ਨੇ ਆਖਿਆ ਕਿ ਜੋ ਸੜਕਾਂ 16-17 ਫੁੱਟ ਦੀ ਆ, ਇੱਥੇ ਹਰ ਰੋਜ਼ ਵੱਡੇ ਹਾਦਸੇ ਹੋਣਗੇ, ਸਾਡੇ ਜਵਾਕਾਂ ਸਾਡੀ ਸੁਰੱਖਿਆ ਦਾ ਕੌਣ ਕਰੇਗਾ। ਉਹਨਾਂ ਨੇ ਆਖਿਆ ਕਿ ਜੇਕਰ ਓਪਨ ਪਲੰਥ ਲਾਉਣਾ ਤਾਂ ਸਾਨੂੰ ਘਰਾਂ ਦੇ ਵਿੱਚੋਂ ਇੱਥੋਂ ਬਾਹਰ ਕਰ ਦੇ ਸਰਕਾਰ। ਅਸੀਂ ਨਾ ਜੀ ਉੱਭਾਵਾਲ ਰੋਡ ਤੇ ਇੱਕ ਪਲਿੰਥ ਬਣਾਏ ਸੀਗੇ ਸਰਕਾਰ, ਪੰਜਾਬ ਸਰਕਾਰ ਦੇ ਕਹਿਣ ਤੇ। ਪੰਜਾਬ ਸਰਕਾਰ ਨੇ 50,000 MT ਦੇ ਟੈਂਡਰ ਕੱਢੇ ਸੀ ਇੱਥੇ ਸਟੋਰੇਜ ਵਾਸਤੇ। 4 ਵਾਰੀ ਟੈਂਡਰ ਕੱਢਣ ਦੇ ਬਾਵਜੂਦ ਵੀ ਕਿਸੇ ਨੇ ਇੱਥੇ ਨਹੀਂ ਬਣਾਏ। ਸਾਡੀ ਪੁਸ਼ਤੈਨੀ ਜ਼ਮੀਨ ਪਈ ਸੀ, ਉਹਦੇ ਤੇ 10,836 MT ਦੇ ਜਿਹੜੇ ਗੋਦਾਮ ਹੈ ਉਹ ਮਨਜ਼ੂਰ ਹੋ ਗਏ। ਉਦੋਂ ਬਾਅਦ ਕੋਵਿਡ ਆ ਗਿਆ। ਕੋਵਿਡ ਦੇ ਦੌਰਾਨ ਅਸੀਂ ਉਹਨੂੰ ਬਣਾਇਆ ਆਪਦੀ ਜਾਨ ਨੂੰ जोखम ਚ ਪਾ ਕੇ ਤੇ ਪੈਸੇ ਨੂੰ जोखम ਚ ਪਾ ਕੇ। ਬਣਨ ਤੋਂ ਬਾਅਦ ਸਿਆਸੀ ਸਹਿ ਦੇ ਉੱਤੇ ਉੱਥੇ ਮਾਲ ਨਹੀਂ ਲੱਗਣ ਦਿੱਤਾ ਜਾ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ। ਪਹਿਲਾਂ DFC ਟਾਲ ਮਟੋਲ ਕਰਦਾ ਰਿਹਾ ਮੰਤਰੀ ਦੇ ਕਹਿਣ ਤੇ। ਉਸ ਤੋਂ ਬਾਅਦ ਜਦੋਂ ਅਸੀਂ ਉੱਪਰ ਅਪਰੋਚ ਕੀਤੀ ਤਾਂ ਮਾਲ ਦੇ ਟਰੱਕ ਭੇਜੇ, ਫਿਰ ਉੱਥੇ ਸਿਆਸੀ ਸਹਿ ਦੇ ਉੱਤੇ ਧਰਨਾ ਲਗਾ ਦਿੱਤਾ। ਹਾਲਾਂਕਿ ਸਾਡੇ ਕੋਲੇ ਕੋਰਟ ਦੇ ਵੀ ਆਰਡਰ ਨੇ ਕਿ 500 ਮੀਟਰ ਦੇ ਘੇਰੇ ਵਿੱਚ ਕੋਈ ਧਰਨਾ ਨਾ ਲੱਗੇ, ਉਹਦਾ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ। ਪੁਲਿਸ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕਰਤੀ ਪਰ ਕਿਸੇ ਨੇ ਸਾਡੀ ਹੈਲਪ ਨਹੀਂ ਕੀਤੀ, ਕਿਉਂਕਿ ਇਹ ਸਾਰਾ ਕੁਝ ਸਿਆਸੀ ਸ਼ਹਿ ਦੇ ਉੱਤੇ ਹੋ ਰਿਹਾ ਹੈ। ਅਸੀਂ ਬਹੁਤ ਦੁਖੀ ਹਾਂ। ਅਸੀਂ ਆਪਦੀ ਜਾਨ ਨੂੰ जोखम ਚ ਪਾਇਆ ਕੋਵਿਡ ਦੇ ਵਿੱਚ। ਅਸੀਂ ਆਪਦਾ ਪੈਸਾ ਇਨਵੈਸਟ ਕੀਤਾ। ਪੰਜਾਬ ਸਰਕਾਰ ਕਹਿੰਦੀ ਹੈ ਕਿ ਪੈਸੇ ਇਨਵੈਸਟ ਕਰੋ, ਵਪਾਰੀ ਜਾਵੇ ਕਿੱਧਰ? ਵਪਾਰੀ ਨੂੰ ਚਾਹੀਦਾ ਕੀ ਹੈ? ਵਪਾਰੀ ਨੂੰ ਚਾਹੀਦੀ ਹੈ ਪਰਮਿਸ਼ਨ। ਅਸੀਂ ਪੰਜਾਬ ਸਰਕਾਰ ਤੋਂ ਪਰਮਿਸ਼ਨ ਦੇ ਤਹਿਤ ਕਾਨੂੰਨ ਦੇ ਅੰਦਰ ਰਹਿ ਕੇ ਸਾਰਾ ਕੁਝ ਲੀਗਲੀ ਕਰਕੇ ਉਹ ਪਲਿੰਥ ਬਣਾਏ ਨੇ, ਕਿਉਂਕਿ ਇਹ ਇੰਡਸਟਰੀ ਏਰੀਏ ਦੀ ਜ਼ਮੀਨ ਹੈ। ਇੰਡਸਟਰੀ ਏਰੀਏ ਦੇ ਵਿੱਚ ਰੈੱਡ ਜ਼ੋਨ ਦੀ ਇੰਡਸਟਰੀ ਵੀ ਲੱਗ ਸਕਦੀ ਹੈ। ਸਭ ਤੋਂ ਸੇਫ ਇਹ ਸੀ, ਅਸੀਂ ਉਹ ਕੀਤਾ। ਪਰ ਸਾਡੇ ਨਾਲ ਹੁਣ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਕੋਰਟ ਦੇ ਹੁਕਮਾਂ ਦੀ ਵੀ ਕੋਈ ਪਾਲਣਾ ਨਹੀਂ ਹੁੰਦੀ, ਸਾਡੇ ਨਾਲ ਧੱਕਾ ਹੁੰਦਾ। ਜਿਹੜਾ ਉੱਥੇ ਮਾਲ ਲਵਾਇਆ ਜਾਵੇ। ਦੇਖੋ ਅੱਜ ਜਿਸ ਤਰ੍ਹਾਂ ਸਾਡੇ ਵਪਾਰੀ ਭਰਾ ਨੇ ਕਿਹਾ ਵੀ ਉਹਨਾਂ ਨੇ 4 ਏਕੜ ਜੋ ਉਹਨਾਂ ਦੀ ਪੁਸ਼ਤੈਨੀ ਜ਼ਮੀਨ ਹੈ ਅਤੇ ਇੰਡਸਟਰੀ ਜ਼ੋਨ ਦੇ ਵਿੱਚ ਆਉਂਦੀ ਹੈ, ਉਸ ਵਾਸਤੇ ਯਾਨੀ ਕਿ ਪਲਿੰਥ ਬਣਾਉਣ ਵਾਸਤੇ ਜਗ੍ਹਾ ਯਾਨੀ ਕਿ ਇਹਨਾਂ ਨੇ ਸੀ ਇਹਨਾਂ ਦੀ, ਅਤੇ ਗੌਰਮੈਂਟ ਤੋਂ ਮਨਜ਼ੂਰੀ ਲੈ ਕੇ ਬਾਕਾਇਦਾ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈ ਕੇ ਇਹਨਾਂ ਨੇ ਪਲਿੰਥ ਬਣਾਏ ਅਕੋਰਡਿੰਗ ਟੂ ਰੂਲ। ਪਰੰਤੂ ਕੁਝ ਸਾਡੇ ਸਰਕਾਰ ਦੇ ਮੰਤਰੀਆਂ ਸੰਤਰੀਆਂ ਦੀ ਸ਼ਹਿ ਦੇ ਉੱਤੇ ਇੱਕ ਵਪਾਰੀ ਵਰਗ ਨੂੰ ਕੰਮ ਨਹੀਂ ਕੀਤਾ ਜਾ ਰਿਹਾ। ਇਹ ਜਿਹੜਾ ਜੰਗਲ ਰਾਜ ਹੈ, ਅਸੀਂ ਪਹਿਲਾਂ ਬਿਹਾਰ ਵਗੈਰਾ ਦੇ ਸਾਈਡ ਜਾਂ ਹੋਰ ਯੂਪੀ ਸਾਈਡ ਸੁਣਦੇ ਹੁੰਦੇ ਸੀ ਵੀ ਉੱਥੇ ਇੱਦਾਂ ਦੀ ਜੰਗਲ ਰਾਜ ਹੈ, ਧੱਕਾ ਹੁੰਦਾ।
ਪਰ ਪੰਜਾਬ ਦੇ ਵਿੱਚ ਕਿਤੇ ਵੀ ਇਹੋ ਜਿਹੀ ਗੱਲ ਨਹੀਂ ਸੁਣੀ ਸੀ ਵੀ ਇੰਨਾ ਜੰਗਲ ਰਾਜ ਇੱਥੇ ਹੈ। ਅੱਜ ਜਿਹੜਾ ਵਪਾਰੀ ਵਰਗ ਹੈ, ਚਾਹੇ ਉਹ ਇੰਡਸਟਰੀ 'ਤੇ ਇਨਵੈਸਟ ਕਰਦਾ ਹੈ ਜਾਂ ਪਲਿੰਥਾਂ 'ਤੇ ਕਰਦਾ ਹੈ ਜਾਂ ਹੋਰ ਪਾਸੇ ਇਨਵੈਸਟ ਕਰਦਾ ਹੈ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਰਕਾਰ ਵੱਲੋਂ ਕੰਮ ਨਹੀਂ ਕੀਤਾ ਜਾਣ ਰਿਹਾ। ਤੇ ਅਸੀਂ ਦੇਖਦੇ ਹਾਂ ਵੀ ਸਰਕਾਰ ਨੇ ਬਾਕਾਇਦਾ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮ ਹੈ, ਪੰਜਾਬ ਸਰਕਾਰ ਦੇ ਹੁਕਮ ਹੈ, ਤੇ ਉਹ ਹੁਕਮਾਂ ਦੀ ਯਾਨੀ ਕਿ ਉਲੰਘਣਾ ਕਰਦੇ ਹੋਏ ਯਾਨੀ ਕਿ ਮੰਤਰੀ ਨੇ ਆਪਦੇ ਜਿਹੜੇ ਛੋਟੇ ਛੋਟੇ ਪਿੱਲੇ ਹੈ ਉਹਨਾਂ ਨੂੰ ਸ਼ਹਿ ਦੇ ਕੇ ਤੇ ਇੱਥੇ ਕੰਮ ਰੋਕ ਦਿੱਤਾ ਗਿਆ। ਤੇ ਹੁਣ ਵਪਾਰੀ ਵਰਗ ਚੁੱਪ ਕਰਕੇ ਨਹੀਂ ਬੈਠੂਗਾ। ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਹੋਰ ਐਜੀਟੇਸ਼ਨ ਕਰਨੀ ਪਈ, ਅਸੀਂ ਧਰਨੇ ਪ੍ਰਦਰਸ਼ਨ ਵੀ ਕਰਾਂਗੇ। ਤੇ ਸਾਰਾ ਵਪਾਰੀ ਵਰਗ ਜਿਹੜਾ ਇੱਕ ਕਾਨੂੰਨ ਦੇ ਅਨੁਸਾਰ ਚੱਲਦਾ ਹੈ ਤੇ ਟੈਕਸ ਦੇ ਕੇ ਸਰਕਾਰਾਂ ਚਲਾਉਂਦਾ ਹੈ, ਅੱਜ ਉਹ ਵਪਾਰੀ ਨੂੰ ਬੜਾ ਹੀ ਯਾਨੀ ਕਿ ਮੁਸ਼ਕਲ ਦੌਰ ਵਿੱਚ ਨਿਕਲ ਰਿਹਾ। ਇਹ ਕਾਂਗਰਸ ਸਰਕਾਰ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਆਮ ਜਨਤਾ ਵਿੱਚ ਵੀ ਵਪਾਰੀ ਵਰਗ ਦਾ ਉਹ ਕਿੰਨਾ ਸਾਥ ਦਿੰਦੀ ਹੈ। ਸਰ ਅਸੀਂ ਤਾਂ ਵਿਰੋਧ ਇਸ ਕਾਰਨ ਕਰ ਰਹੇ ਹਾਂ ਵੀ ਇੱਥੇ ਜਿਹੜੀ ਇਹ ਲੈ ਕੇ ਆਏ ਨੇ ਪਲਾਂਟ, ਇਹ ਕਹਿੰਦੇ ਨੇ ਵੀ ਸਾਡੇ ਕੋਲੇ ਕੀ ਕਹਿੰਦੇ 93 ਤੋਂ ਲੈ ਕੇ ਕੀ ਕਹਿੰਦੇ ਸਾਡੇ ਕੋਲੇ ਮਨਜ਼ੂਰੀਆਂ ਨੇ। ਮੈਂ 93 ਤੋਂ ਇੱਥੇ ਐਮਸੀ ਆ ਜੀ ਮੌਜੂਦਾ, ਉਹ ਤੋਂ ਲੈ ਕੇ ਹੁਣ ਤੱਕ ਐਮਸੀ ਮੈਂ ਚੱਲਦਾ ਆ ਰਿਹਾ ਜੀ। ਹੁਣ ਤੱਕ ਇੱਥੇ ਟੋਭਾ ਹੁੰਦਾ ਸੀ ਸਰ, ਹੋਰ ਕੋਈ ਨਹੀਂ ਸੀ। ਉਸ ਟਾਈਮ ਦੇ ਵਿੱਚ ਕੋਈ ਹੋਊਗਾ ਇਹਦਾ ਪਹਿਲਾਂ ਪਲੰਥ ਕੋਈ ਸਾਨੂੰ ਨਹੀਂ ਪਤਾ ਜੀ। ਉਸ ਟਾਈਮ ਇੱਥੇ ਕੋਈ ਆਬਾਦੀ ਨਹੀਂ ਹੁੰਦੀ ਸੀ, ਇੱਥੇ 2 ਟੋਭੇ ਹੁੰਦੇ ਸੀ ਜੀ। ਟੋਭਿਆਂ ਦੇ ਟਾਈਮ ਕੋਈ ਹੋਊਗੀ ਆਬਾਦੀ ਸਾਨੂੰ ਨਹੀਂ ਕੋਈ ਪਤਾ। ਜੱਦੀ ਪੁਸ਼ਤੀ ਜ਼ਮੀਨ ਹੈ ਉਹਨਾਂ ਦਾ ਕਹਿਣਾ ਇਹ। ਨਹੀਂ ਜੱਦੀ ਪੁਸ਼ਤੀ ਅਸੀਂ ਕਿਹੜੀ ਕਹਿੰਦੇ ਹਾਂ ਜੀ ਜ਼ਮੀਨ ਸਾਡੀ ਹੈ। ਅਸੀਂ ਤਾਂ ਜੱਦੀ ਪੁਸ਼ਤੀ ਤਾਂ ਜ਼ਮੀਨ ਤਾਂ ਉਹਨਾਂ ਦੀ ਹੀ ਰਹੂਗੀ। ਅਸੀਂ ਨਹੀਂ ਕਹਿੰਦੇ ਵੀ ਜ਼ਮੀਨ ਕੀ ਕਹਿੰਦੇ ਸਾਡੀ ਹੈ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਇੱਥੇ ਪਲਾਂਟ ਲਾ ਰਿਹਾ ਜੀ ਇਹ ਵੀ ਕਣਕ ਲਿਆ ਕੇ ਰੱਖੂਗਾ ਮੈਂ, ਉਹਦੇ 'ਚ ਇਹੋ ਜਿਹੀਆਂ ਜ਼ਹਿਰੀਲੀਆਂ ਦਵਾਈਆਂ ਪੈਂਦੀਆਂ ਨੇ ਜੀ, ਜਿਹੜਾ ਕੋਈ ਵੀ ਹਵਾ ਜਿੱਧਰ ਨੂੰ ਚਲੀ ਗਈ ਉੱਧਰੋਂ ਤਬਾਹੀ ਲਿਆ ਦੂਗੀ ਜੀ। ਤੁਸੀਂ ਦੇਖਦੇ ਹੀ ਹੋ ਦੂਰ ਦੂਰ ਸ਼ਹਿਰਾਂ ਦੇ ਵਿੱਚ ਕੀ ਕਹਿੰਦੇ ਕਣਕ ਖਰਾਬ ਹੋ ਰਹੀ ਹੈ, ਉਹਦੀ ਜਿਹੜੀ ਬਦਬੂ ਹੈ 10-10 ਪਿੰਡ ਖਾਲੀ ਕਰਕੇ ਜਾ ਰਹੇ ਨੇ ਜੀ। ਤੁਸੀਂ ਇੱਥੇ ਹੁਣ ਇਸ ਟਾਈਮ ਬੈਠੋ ਜੀ 5 ਮਿੰਟਾਂ 'ਚ ਪਤਾ ਲੱਗ ਜੂਗਾ ਵੀ ਸੁਸਰੀ ਕਿੰਨੀ ਹੈ। ਅਜੇ ਤੱਕ ਤਾਂ ਪਲਾਂਟ ਲੱਗਿਆ ਨਹੀਂ ਜੀ। ਅਸੀਂ ਬਥੇਰਾ ਜ਼ੋਰ ਲਾ ਚੁੱਕੇ ਜੀ ਹੁਣ ਤੱਕ, ਜਿੱਥੇ ਜਾਂਦੇ ਹਾਂ ਸਾਨੂੰ ਤਾਂ ਕੋਈ ਸੁਣਾਈ ਨਹੀਂ ਹੋ ਰਹੀ ਹੁਣ ਤੱਕ। ਐਮਐਲਏ ਸਾਹਿਬ ਕੋਲੇ ਗਏ ਜੀ, ਐਮਐਲਏ ਸਾਹਿਬ ਕਹਿੰਦੇ ਵੀ ਮੇਰੀ ਕੋਈ ਇਹਦੇ 'ਚ ਪਹੁੰਚ ਨਹੀਂ ਹੈਗੀ, ਤੁਸੀਂ ਆਪਣੇ ਤੌਰ ਤੇ ਕਰੋ। इन्हों दे विरोध आए हैं सर। यहाँ जो है रहायशी इलाका में सरकार का भी अलर्ट है जो ओपन प्लांट नहीं बनना चाहिए। इन्हों दे विचों जहरीली दवाई पैंदा जी, जहरीली दवाई करके उन्होंने ਜਿਹੜੇ गैस है निजी तौर 'ਚ मैं पल्लेदारी का काम करदा। असी जदों काम करते हैं चक्के जदों तोड़ते हैं सानू भी बुरा हाल हो जाता, असी डिग जाते हैं नीचे। जो निजी तौर 'ਚ बस्ती है, एक तो पहले तौर पर ਜਿਹੜੇ गरीब लोग हैं, एसी नहीं है इन्हों कोले, पंखे भी नहीं है, इन्हों के बच्चे भी न्याने होते हैं। ਇਹ ਜਿਹੜੇ ਜੀ ਗੈਸ ਚੱਲਣਗੇ ਇਹਨਾਂ ਕਰਕੇ ਇਹਨਾਂ ਨੂੰ ਜ਼ਿਆਦਾ ਤੌਰ 'ਤੇ ਬਹੁਤ ਜ਼ਿਆਦਾ ਨੁਕਸਾਨ ਹੈ। ਅਸੀਂ ਇਸ ਕਰਕੇ ਵਿਰੋਧ ਕਰਦੇ ਹਾਂ ਜੀ। ਇੱਕ ਤਾਂ ਇਹਦੇ ਨਾਲ ਬਹੁਤ ਮਤਲਬ ਸੁਸਰੀ ਪੈਦਾ ਹੋ ਜਾਏਗੀ ਜੀ। ਇੱਕ ਨਾਲ ਹੀ ਇਹਨੇ ਕੰਡਾ ਲਗਾਤਾ ਜੀ। ਸਾਡੀ 14-15 ਫੁੱਟ ਦੀ ਸੜਕ ਹੈ ਜੀ, ਇਹਦੇ ਕਰਕੇ ਨਾ ਸਾਡੀ ਉਹਨੂੰ ਕੋਈ ਹੋਰ ਰਹਿਣੀ ਹੈ, ਸਾਡੇ ਬੱਚਿਆਂ ਦੀ ਸਾਡੇ ਬਜ਼ੁਰਗਾਂ ਦੀ ਕੋਈ ਸੇਫਟੀ ਨਹੀਂ ਹੈਗੀ ਜੀ। ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਸੁਸਰੀ ਤੇ ਇੱਕ ਖਪਰਾ ਹੁੰਦਾ ਜੀ, ਖਪਰਾ ਇੰਨਾ ਜ਼ਿਆਦਾ ਹੁੰਦਾ ਕਿ ਉਹ ਖਪਰਾ ਘਰਾਂ ਦੇ ਵਿੱਚ ਵੜ ਗਿਆ ਤਾਂ ਉਹ ਸਾਰੀ ਜ਼ਿੰਦਗੀ ਨਿਕਲਦਾ ਜੀ। ਉਹ ਸਾਲ ਬਾਅਦ ਵੀ ਜਿੰਦਾ ਹੋ ਜਾਂਦਾ। ਇੱਕ ਇਹੋ ਜਿਹਾ ਜੀ ਹੈ ਜੀ ਜੋ ਕਣਕ ਦੇ ਵਿੱਚ ਪੈਦਾ ਹੁੰਦਾ ਹੈ।